हाँ जी स्टूडेंट्स, अज आपां एक होर इंपॉर्टेंट रिजल्ट करांगे। एक थ्योरम है ईगन वैल्यूज़ दी, दैट इज़ ऑर्थोगोनल प्रॉपर्टी। इट इज़ नोन एज ऑर्थोगोनल प्रॉपर्टी। सो इहदी स्टेटमेंट की है कि अगर साडे कोल दो आइगन फंक्शन आ φ1 एंड φ2, दीज आर टू आइगन फंक्शन for a Sturm Liouville boundary value problem, which we know that is this. Under these two conditions, for two eigen value, दो eigen value साडे को λ1 λ2 दोनों दे correspondingly एक फंक्शन है φ1 φ2। ये चीज देती हुई आ। प्रूफ की करना कि इहड़ा इंटैग्रल होएगा 0 to 1 rx, ठीक है। rx आ वाला जिहड़ा क्वेश्चन दे विच हुंदा है φ1x एंड φ2x dx, ਜਿਹੜਾ ਇੰਟੈਗਰਲ ਹੋਏਗਾ ਇਹ 0 ਆਏਗਾ। ਇਹਨੂੰ ਆਪਾਂ ਕਹਿੰਦੇ ਕਿ φ1 ਤੇ φ2 ਆਰ ਆਰਥੋਗੋਨਲ ਵਿਦ ਰਿਸਪੈਕਟ ਟੂ ਦੀ weighted ਫੰਕਸ਼ਨ rx, ਇਦਾਂ ਵੀ ਕਹਿ ਸਕਦੇ ਹਾਂ। ਸੋ ਦਿਸ ਇਜ਼ ਵਾਟ ਵੀ ਹੈਵ ਟੂ ਪ੍ਰੂਵ, ਵੀ ਹੈਵ ਟੂ ਪ੍ਰੂਵ ਦਿਸ ਇੰਟੈਗਰਲ ਟੂ ਬੀ 0। ਹੁਣ ਸਾਨੂੰ ਗਿਵਨ ਕੀ ਆ ਕਿ ਸਾਡੇ ਕੋਲ ਇੱਕ ਬਾਉਂਡਰੀ ਵੈਲਿਊ ਪ੍ਰੋਬਲਮ ਆ ਜਿਹਦੇ φx ਜਿਹੜਾ φ1x ਤੇ φ2x these are the ਆਈਗਨ ਫੰਕਸ਼ਨ। ਤੇ ਆਈਗਨ ਫੰਕਸ਼ਨ ਕੀ ਹੁੰਦੇ ਆ? these are the solution of the boundary value problem। ਤਾਂ ਇਹ ਸੋਲੂਸ਼ਨ ਹੈ, ਇਹਦਾ ਮਤਲਬ ਇਹਨੂੰ ਸੈਟੀਸਫਾਈ ਕਰਨਗੇ। ਆ ਬਾਉਂਡਰੀ ਵੈਲਿਊ ਪ੍ਰੋਬਲਮ ਹੈ, ਇਕੁਏਸ਼ਨ ਹੈ ਜਿਹਦੇ ਵਿੱਚ ਅਸੀਂ y ਦੀ ਜਗ੍ਹਾ ਤੇ φ1 ਪੁੱਟ ਕਰਦੇ ਆ ਤੇ φ2 ਪੁੱਟ ਕਰਦੇ ਆ, ਸਾਡੇ ਕੋਲ ਐਕਸਪ੍ਰੈਸ਼ਨ ਆ ਜਾਂਦਾ ਹੈ। ਹੁਣ ਕੀ ਕਰਨਾ, ਅਸੀਂ ਇਹਦੇ ਵਿੱਚ ਇੱਕ ਰਿਜ਼ਲਟ ਯੂਜ਼ ਕਰਨਾ। ਦਿਸ ਇਜ਼ ਵੀ ਨੋ ਦੈਟ, ਮੈਂ ਲਿਖਿਆ ਇੱਥੇ। ਇਹਦਾ ਮਤਲਬ ਇਹ ਰਿਜ਼ਲਟ ਜਿਹੜਾ ਇਨਰ ਪ੍ਰੋਡਕਟ ਵਾਲਾ ਆ, ਇਹ ਕਰੋਲਰੀ ਆ ਲੈਗਰੈਂਜਸ ਆਇਡੈਂਟੀਟੀ ਦੀ, ਵਿੱਚ ਉਹਦੇ ਵਿੱਚ ਆਪਾਂ ਇਹਨੂੰ y ਦੇ ਲਈ ਪ੍ਰੂਵ ਕੀਤਾ ਸੀ। ਹੁਣ y ਦੀ ਜਗ੍ਹਾ ਤੇ ਆਪਾਂ φ1 ਤੇ φ2 ਇਹ ਦੋ ਸਾਡੇ ਕੋਲ ਫੰਕਸ਼ਨ ਆ, ਉਹਨਾਂ ਦੋਨਾਂ ਦੇ ਲਈ ਆਪਾਂ ਯੂਜ਼ ਕਰ ਰਹੇ ਹਾਂ। u ਤੇ v ਦੇ ਲਈ ਆਪਾਂ ਉਹਦੇ 'ਚ ਕੀਤਾ ਸੀ ਸ਼ਾਇਦ। ਤੇ ਹੁਣ ਆਪਾਂ ਕੀ ਕਰਦੇ ਆ, ਇਹਨਾਂ ਨੂੰ ਇਨਰ ਪ੍ਰੋਡਕਟ ਦੇ ਵਿੱਚ ਜਿਹੜਾ l φ1 ਆ ਉਹਦੀ ਵੈਲਿਊ ਤਾਂ ਲਿਖੀ ਹੋਈ λ1 rx φ1x ਲਿਖ ਦਿੱਤੀ। ਇਹਦੇ ਵਿੱਚ l φ2 ਆ, ਇਹਦੀ ਵੈਲਿਊ ਆ ਜਾਏਗੀ λ2 rx φ2, ਕਿਉਂਕਿ λ2 ਦੇ ਲਈ φ2 ਆ ਆਈਗਨ ਫੰਕਸ਼ਨ ਤੇ λ1 ਦੇ ਲਈ φ1 ਹੈ, ਤਾਂ ਕਰਕੇ λ1 ਤੇ λ2 ਕਾਰਸਪੋਂਡਿੰਗਲੀ ਆ ਜਾਣਾ। ਹੁਣ ਇਨਰ ਪ੍ਰੋਡਕਟ ਕੀ ਹੁੰਦਾ? ਇਨਰ ਪ੍ਰੋਡਕਟ ਦਾ ਇੰਟੈਗਰਲ ਹੁੰਦਾ 0 to 1, ਜਿਹਦੇ ਵਿੱਚ ਪਹਿਲੇ ਜਿਹੜਾ ਫੰਕਸ਼ਨ ਹੈ ਉਹ ਆਪਾਂ ਐਜ਼ ਇਟ ਇਜ਼ ਰੱਖਦੇ ਆ, ਦੂਸਰੇ ਦਾ ਕੌਂਜੂਗੇਟ ਲੈਂਦੇ ਆ। ਇਹਦੇ ਵਿੱਚ ਵੀ ਆ ਪਹਿਲਾ ਫੰਕਸ਼ਨ ਐਜ਼ ਇਟ ਇਜ਼, ਦੂਸਰੇ ਦਾ ਕੌਂਜੂਗੇਟ ਆ ਗਿਆ। ਹੁਣ ਜਿਹੜਾ ਇਹ ਕੌਂਜੂਗੇਟ ਆ φ2x ਦਾ φ2x ਦੇ ਬਰਾਬਰ ਹੀ ਆਣਾ, ਕਿਉਂਕਿ ਅਸੀਂ ਲਾਸਟ ਥਿਓਰਮ 'ਚ ਪ੍ਰੂਵ ਕੀਤਾ ਕਿ ਜਿਹੜੇ φ1 φ2 these are the ਆਈਗਨ ਫੰਕਸ਼ਨ ਹਮੇਸ਼ਾ ਰੀਅਲ ਹੁੰਦੇ ਆ, ਤੇ ਜਿਹੜੀ ਚੀਜ਼ ਰੀਅਲ ਹੈ ਉਹਦਾ ਕੌਂਜੂਗੇਟ ਉਹਦੇ ਬਰਾਬਰ ਹੀ ਆਏਗਾ। ਤਾਂ ਆ ਦੋਨੋਂ ਇਕੁਅਲ ਹੀ ਹੋਣੇ ਆ, ਠੀਕ ਹੈ। ਸਿਮਿਲਰਲੀ ਇੱਥੇ ਜਿਹੜੀ ਲੈਮਡਾ ਵੈਲਿਊਜ਼ ਆਈਗਨ ਵੈਲਿਊਜ਼ ਉਹ ਵੀ ਹਮੇਸ਼ਾ ਰੀਅਲ ਹੁੰਦੀਆਂ, ਇਸ ਕਰਕੇ λ2 ਦਾ ਕੌਂਜੂਗੇਟ ਵੀ λ2 ਦੇ ਇਕੁਅਲ ਹੀ ਆਏਗਾ, ਇਹ λ2 ਹੀ ਆ ਜਾਣਾ। ਐਦੀ ਜਿਹੜਾ φ2 ਆ ਇਹਦਾ ਕੌਂਜੂਗੇਟ ਵੀ φ2 ਆ ਜਾਣਾ ਹੈ, ਤੇ rx ਦਾ ਵੀ, ਕਿਉਂਕਿ rx ਵੀ ਰੀਅਲ ਵੈਲਿਊਡ ਫੰਕਸ਼ਨ ਹੁੰਦਾ ਆ। φ1 φ2 ਆਪਾਂ ਨੂੰ ਪ੍ਰੂਵ ਕੀਤਾ ਆ ਥਿਓਰਮ ਦੇ ਵਿੱਚ ਕਿ these are the ਆਈਗਨ ਫੰਕਸ਼ਨ ਜਿਹੜੇ ਆ these are always ਰੀਅਲ ਵੈਲਿਊਡ ਫੰਕਸ਼ਨ। ਹੁਣ ਸਾਡੇ ਕੋਲ ਲੈਮਡਾ ਜਿਹੜਾ λ1 λ2 ਰਹਿ ਗਿਆ, ਤੇ ਬਾਕੀ ਸਾਰੀ ਵੈਲਿਊਜ਼ ਤਾਂ ਸੇਮ ਹੈ। ਦੇਖੋ rx φ1x φ2x ਇੱਧਰ ਵੀ ਆਹੀ ਆ, ਇੱਥੇ ਦੇਖ ਲਓ। ਐਕਚੁਅਲੀ ਆ ਤਿੰਨੋਂ ਚੀਜ਼ਾਂ ਸੇਮ ਹੈ ਇਹਦੇ ਵਿੱਚ, ਠੀਕ ਹੈ। ਤੇ ਇੰਟੈਗਰਲ ਆ 0 to 1 dx ਦੇ ਵਿਦ ਰਿਸਪੈਕਟ ਟੂ, ਇਹਨਾਂ ਨੂੰ ਆਪਾਂ ਇੱਕ ਪਾਸੇ ਸ਼ਿਫਟ ਕਰ ਲੈਣਾ। ਤੇ so when we shift all this term on this side, we'll get λ1 minus λ2 into these three functions. Now this integral is 0 where λ1 minus λ2 is not 0, क्योंकि दोनों λ1 λ2 दोनों ਜਿਹੜੇ इक्वल नहीं सी, these are two different eigen values। अगर ये दोनों 0 दोनों ਦਾ डिफरेंस 0 नहीं है, मीनस दोनों इक्वल नहीं है, ਤਾਂ ਫਿਰ ਜਿਹੜਾ ਬਾਕੀ ਚੀਜ਼ ਬਚਦੀ ਹੈ ਉਹੀ 0 ਹੋਏਗੀ, ਕਿਉਂਕਿ ਅਦਰ ਸਾਈਡ ਤੇ 0 ਹੈ, ਜਾਂ ਤਾਂ ਇਹ 0 ਹੋਏਗਾ ਜਾਂ ਇੰਟੈਗਰਲ 0 ਹੋਏਗਾ। ਸੋ ਦਿਸ ਮੀਨਸ ਦਿਸ ਇੰਟੈਗਰਲ ਇਜ਼ 0। ਸੋ ਦਿਸ ਇੰਟੈਗਰਲ ਦੇ 0 ਮੀਨਸ ਜਿਹੜੇ φ1 φ2 ਆ these are the orthogonal functions, right? when λ1 λ2 are different, φ1 φ2 are orthogonal। orthogonal ਇਹਨੂੰ ਕਹਿੰਦੇ ਜਦੋਂ ਦਾ ਇੰਟੈਗਰਲ into rx ਜਿਹੜਾ ਹੈ 0 ਆ ਜਾਵੇ। so this proves the theorem which is very important, known as orthogonal property। Now we will solve one of the question for finding eigenvalue and eigenfunction for a given boundary value problem। ਅਸੀਂ ਜਿਹੜੀ boundary value problem ਹੁਣ ਤੱਕ ਕੀਤੀ ਉਹ ਚ ਜ਼ਿਆਦਾਤਰ ਹੀ ਆਂਦਾ ਸੀਗਾ y double dash plus lambda into y is equal to 0 for some y0 is equal to 0, y1 is equal to
समथिंग 0 लेट इट बी। सो इस तरीके की आप सॉल्व करते सी। हुण आ देखिए बाउंड्री वैल्यू प्रॉब्लम है थोड़ी जी टिपिकल आ, तो आप की करना इनू रिड्यूस कर लेना इस फॉर्म दे विच इदां दी बनानी है ताकि इनू सॉल्व करना असीं सिੱਖਿਆ होया बड़े क्वेश्चन कीते आ तां ये आप कर सकते ईजिली। सो लेट अस सी हाउ वी कैन रिड्यूस इट इनटू दिस फॉर्म। सो इहदे लई की करांगे, सब तो पहला असीं की करना है क्योंकि एक्स स्केयर प्लस 1 है, जे आप एक्स नू tan t पुट कर लीए तो tan स्केयर t प्लस 1 सेकेंड स्केयर t बन जाएगा। तो इस तरीके नाल असीं इहनू इत्थे भी कर सकते, तो सिंपलीफाई हो सकता है। तो एक्स नू tan t पुट कर लेना, तो जे एक्स नू पुट कर दे तो वाई डैश जिहड़ा कि dy अपॉन dx हुंदा उस चों भी एक्स हटाना पेगा क्योंकि एक्स नू आपां t वेरीएबल च लिया है। तो dy अपॉन dx भी dy अपॉन dt की फॉर्म च लिखना है। तो dy अपॉन dx नू आपां की करना है dt नाल मल्टीप्लाई डिवाइड कर देना, dy अपॉन dt एज इट इज रख लिया, dt अपॉन dx क्योंकि इत्थे आपां x का डेरिवेटिव विद रिस्पेक्ट टू t लैने आ, तो tan दा हुंदा सेकेंड स्केयर t। तो dx अपॉन dt अगर सेकेंड स्केयर t है तो इत्थे अगर dt अपॉन dx इहदा रेसिप्रोकल हो गया, सेकेंड दा रेसिप्रोकल हुंदा cos स्केयर, ठीक है, सेकेंड स्केयर दा cos स्केयर ते dy अपॉन dt एज इट इज। हुण y डैश तो इत्थे पुट कर सकते हैं, y डबल डैश क्योंकि जो इहदा अगेन डेरिवेटिव करना है तो y डबल डैश भी आना है, तो y डबल डैश मतलब d स्केयर y अपॉन dx स्केयर, यानी कि dy अपॉन dx का अगेन डेरिवेटिव विद रिस्पेक्ट टू x। हुण dy अपॉन dx की वैल्यू आप लिखी हुई है, इहदा अगेन डेरिवेटिव जो विद रिस्पेक्ट टू x करना है तो इन्हों आप दो फंक्शन की प्रोडक्ट की तरह करना कि cos स्केयर t का पहला डेरिवेटिव किया, फिर dy अपॉन dt का किया ते नाल dt अपॉन dx क्योंकि ये आप डेरिवेटिव कर रहे विद रिस्पेक्ट टू x जो कि सानू चाहिए विद रिस्पेक्ट टू t दी फॉर्म च, तो dt अपॉन dx इहदे नाल लगा देना और dt अपॉन dx की वैल्यू अगेन cos स्केयर t आ जानी। सो आ हो गया द डबल डेरिवेटिव, अगेन यू कैन चैक इनू सिंपलीफाई करके देख सकते कि आ चीज़ आ जाती है। हुण आ जिहड़ा साडे कोल गिवन बाउंड्री वैल्यू प्रॉब्लम सी डिफरेंशियल इक्वेशन, इनू जो आपां सिंपलीफाई करना है ये आएगा कि डेरिवेटिव है तो पहला आप इहदा डेरिवेटिव कर लिया एक्स स्केयर प्लस 1 एज इट इज वाई डबल डैश, ये डेरिवेटिव हो गया। फिर इस ब्रैकेट का डेरिवेटिव आ जाएगा 2x ते वाई डैश एज इट इज। तो ये आप प्रोडक्ट रूल यूज करना है डेरिवेटिव लैन लई, पहले इनू एज इट इज वाई का डबल डेरिवेटिव, फिर इहदा डेरिवेटिव 2x इंटू वाई डैश एज इट इज। सो आ साडे कोल इक्वेशन बन गई है, बाकी आ तां सेम ही आ, ठीक है। इहदे विच असीं वाई डबल डैश की वैल्यू पुट कर देनी है फ्रॉम हेयर, जिहड़ी आ कीती है वाई डबल डैश की वैल्यू आ गई, ते आ जिहड़ा एक्स स्केयर क्योंकि एक्स नू tan t पुट किया तो tan स्केयर t प्लस 1 आ गई वैल्यू, ते फिर आ जिहड़ा 2x है 2 इंटू एक्स की वैल्यू tan t ते नाल अपने कोल जिहड़ा y डैश है y डैश इज दिस cos स्केयर t इंटू dy अपॉन dt। नाउ जिहड़ा उस तो बाद लास्ट टर्म हैगी है इत्थों देख सकते लैम्डा अपॉन एक्स स्केयर प्लस 1, एक्स इज tan स्केयर t प्लस 1 मीन सेकेंड स्केयर t इत्थे आ गया ते नाल y। सो आ बन गई इक्वेशन। इहदे विचों भी आपां देख सकते हैं कि 1 प्लस tan स्केयर इज सेकेंड स्केयर मीनस 1 अपॉन cos स्केयर, वो जिहड़ा इहदे नाल इस टर्म दे नाल कैंसल हो जाएगा, आ वाली टर्म ते आ वाली टर्म दे विल कैंसल क्योंकि रेसिप्रोकल सेकेंड स्केयर ते आ cos स्केयर है, कट गया आही टर्म बच गई। उस तो इलावा जिहड़ा tan t है इनू आपां लिखना साइन अपॉन cos, जो आपां इनू साइन अपॉन cos लिखना है एक cos कट जाएगा, इत्थे साइन बचेगा ते नाल एक cos बचेगा dy अपॉन dt, ते इत्थे सेकेंड स्केयर डिनोमिनेटर च इनू ऊपर लेके जावांगे तो cos स्केयर t इंटू y। हुण आपां इहदे च देखिए अगर आ दोनों टर्म जिहड़ियां सेम बन गई बट ऑफ ऑपोजिट साइन, सो दे विल कैंसल, सिर्फ आ दो टर्म बचियां उहदे विचों भी cos स्केयर दोनों च आंदा cos स्केयर t बाहर आ गया इक्वल टू 0। हुण आ cos स्केयर t नू दूजे पासे शिफ्ट कर दो तो आ गया y स्केयर t y d स्केयर y अपॉन dt स्केयर यानी कि y दा डबल डेरिवेटिव प्लस लैम्डा y। हुण आही दा इक्वेशन आपां सॉल्व करदे आए हां पहला जदों आपां आइगन वैल्यू ते आइगन फंक्शन फाइंड आउट करदे सी, उसी तरीके दी इक्वेशन बन गई है। ते नाल ही हुण जिहड़ी सानू कंडीशनस ਜਿਹੜੀਆਂ ਆ ਦਿੱਤੀਆਂ ਹੋਈਆਂ ਸੀਗੀਆਂ ਇਹ ਕੰਡੀਸ਼ਨ ਹੈਗੀ ਵਿਦ ਰਿਸਪੈਕਟ ਟੂ x ਵਾਲੇ, ਮੀਨਸ ਅਗਰ x 0 ਹੈ ਤਾਂ y ਵੀ 0 ਹੈ, ਇਹਦਾ ਮਤਲਬ ਆ ਹੈ, ਇਹਦਾ ਮਤਲਬ ਅਗਰ x 1 ਹੈ ਤਾਂ y 0 ਹੈ। ਇਹ ਹੁਣ x ਦੀ ਫਾਰਮ 'ਚ ਸੀ ਪਰ x ਨੂੰ ਤਾਂ ਅਸੀਂ ਪੁੱਟ ਕਰ ਲਿਆ t ਦੀ ਫਾਰਮ 'ਚ, ਹੁਣ ਸਾਨੂੰ ਕੰਡੀਸ਼ਨ ਵੀ t ਦੀ ਫਾਰਮ ਚਾਹੀਦੀ ਹੈ, ਤਾਂ ਉਹ ਵੀ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ ਕਿ ਜਿਹੜੀ ਆ ਕੰਡੀਸ਼ਨ ਸੀ ਜਦੋਂ x 0 y 0, ਜੋ x 0 ਹੈ ਤਾਂ ਇੱਥੇ ਆਪਾਂ x ਨੂੰ 0 ਪੁੱਟ ਕਰ ਦਈਏ ਤਾਂ tan t 0 ਕਦੋਂ ਹੁੰਦਾ ਜਦੋਂ t ਵੀ 0 ਹੋਵੇ, ਇਹਦਾ ਮਤਲਬ t ਦੀ वैल्यू भी 0 आ गई, तो कंडीशन की बनी कि t 0 है तो y भी 0 आ जाएगा, आही कंडीशन बन गई। दूजी कंडीशन है कि अगर x 1 है तो y 0 है,
ਜੇ x 1 ਹੈ, x ਦੀ ਵੈਲਿਊ 1 ਪੁੱਟ ਕਰਦੇ ਆ, tan t 1 ਕਦੋਂ ਹੁੰਦਾ, ਜਦੋਂ t π/4 ਯਾਨੀ ਕਿ 45 ਡਿਗਰੀ ਹੋਵੇ, ਤਾਂ t π/4 ਹੋ ਗਿਆ ਤੇ y ਕੀ ਹੈ 0 ਹੈ। ਠੀਕ ਹੈ, ਤਾਂ ਇਹ ਦੋ ਸਾਡੀ ਕੰਡੀਸ਼ਨ ਬਣ ਗਈ। ਆ ਸਾਡੀ डिफरेंशियल इक्वेशन टुगेदर इन्होंने आप बोलते कि दिस इज अवर स्टर्म लॉवेल्स बाउंड्री वैल्यू प्रॉब्लम जिहड़ी कि रिड्यूस किया सी इहदे तो इस इक्वेशन नूं आपां इस तरीके नाल लिख सकते हैं। हुण इहनूं किद्दां सॉल्व करना है, वी नो दैट कि इहदे विच आपां 3 केस बनाने हैं, लैमडा इज इक्वल टू 0, लैमडा पॉजिटिव, लैमडा नैगेटिव। उहदे अकॉर्डिंगली आपां इहदा डिस्कस करना कि सोल्यूशन की होएगा। लेट अस सी नाउ। So this is the reduced equation under these two conditions। सारे को condition बन गया ते ये सारे को equation है। हुण पहला केस अगर लैमडा 0 है, लैमडा 0 ते equation बन जाएगी y डबल डैश 0। ਇਹਦਾ ਦੋ ਵਾਰੀ ਇੰਟੈਗਰਲ ਕਰਦੇ ਆ, ਸਾਡੇ ਕੋਲ a ਤੇ b ਕਾਂਸਟੈਂਟ ਆਫ ਇੰਟੀਗ੍ਰੇਸ਼ਨ ਆ ਜਾਂਦੇ ਆ ਤੇ ਆ ਸਾਡੇ ਕੋਲ ਸੋਲੂਸ਼ਨ ਆ ਜਾਂਦਾ ਹੈ। ਇਹਦੇ ਵਿੱਚ ਕੰਡੀਸ਼ਨ ਪੁੱਟ ਕਰਨੀ ਹੈ, ਅਗਰ y 0 0 ਹੈ ਮੀਨਸ ਅਗਰ t 0 ਹੈ ਤੇ t 0 ਹੈ ਤਾਂ y ਵੀ 0 ਤੇ ਪੁੱਟ ਕਰ ਦਾਂਗੇ, तो ਸਾਡੇ ਕੋਲ ਆਏਗਾ b is equal to 0। b 0 ਹੋ ਗਿਆ, खत्म हो गया, साढ़े को रह गया y is equal to 80। ਇਹਦੇ ਵਿੱਚ ਹੁਣ दूसरी कंडीशन पुट कर दे कि अगर t π/4 है, t π/4 है ਤਾਂ y 0 है। ठीक है, तो π/4 उधर चल गया तो a भी 0 आ गया, a ਤੇ b दोनों ही 0 आ गए ਜਦੋਂ, तो y भी 0 आ गया। 0 आ गया मीनस ट्रिवियल सोल्यूशन, और ट्रिवियल सोल्यूशन ਦਾ ਮਤਲਬ ਇਹ ਹੁੰਦਾ ਹੈ ਕਿ ਸਾਡੀ ਇਹ ਵੈਲਿਊ ਆਈਗਨ ਵੈਲਿਊ ਨਹੀਂ ਹੈ। ਆਈਗਨ ਵੈਲਿਊ ਉਦੋਂ ਹੀ ਆਣੀ ਹੈ ਜਦੋਂ ਸੋल्यूशन नॉन ट्रिवियल ਜਾਂ नॉन जीरो ਹੋਵੇ। दूसरा केस अगर लैमडा लैस दैन 0 नैगेटिव है तो आप लैमडा नू -m² लैने इक्वेशन च पुट करते हैं, लैमडा की जगह पर -m²। एक्सैलरी इक्वेशन आ जाती है d² -m² इज इक्वल टू 0। d दी वैल्यूज प्लस माइनस m ते इहदी कॉरस्पॉन्डिंगली आ सोल्यूशन आ गया। इहदे विच हुण कंडीशनस जिहड़ियां साडे सी पुट करते हैं, y 0 इज इक्वल टू 0 मीनस अगर t 0 है तो y भी 0। t 0 पुट करांगे इत्थे cos हाइपरबोलिक 0 1 हुंदा, 1 आ गया, c1 × 1 c1 रह गया, ते आ साइन हाइपरबोलिक 0 ही हुंदा 0 ते, तो c1 0 आ गया। जे c1 0 हो गया टर्म खत्म हो गई, तो y इज इक्वल टू c2 साइन हाइपरबोलिक एम्प्टी रह गया। इहदे च दूजी कंडीशन पुट करदे आ कि अगर t π/4 है तो y 0 है, y 0 है जदों t π/4 है, t की जगह ते π/4, y की जगह ते 0 पुट कर देना। सो ये आ गया साडे कोल। हुण जिहड़ा साइन हाइपरबोलिक m π/4 है ये 0 नहीं होंदा, दिस इज नॉट इज इक्वल टू 0। ਇਹਦਾ ਮਤਲਬ ਹੈ अदर टर्म ਜਦੋਂ ਦੋ ਦੀ प्रोडक्ट 0 आ रही है इक्वल टू 0 है तो दोनों च एक 0 होना चाहिए। आ 0 नहीं है तो मतलब c2 0 होएगा, c2 भी 0 है, c1 भी 0, दोनों 0 होंगे तो y भी 0 आ गया। मीनस ये भी ट्रिवियल सोल्यूशन है, मीनस ये आइगन वैल्यू नहीं है। लैमडा दी वैल्यू जिहड़ी आपां -m² लिया सी, दिस इज नॉट एन आइगन वैल्यू। नाउ सी दी थर्ड केस, जो लैमडा पॉजिटिव है, पॉजिटिव मतलब m² ਦੇ ਇਕੁਅਲ डिफरेंशियल इक्वेशन ਚ पुट ਕਰਦੇ ਆ, ਇਹਦੇ रूट्स आ ਜਾਂਦੇ ਆ, रूट्स ਦੇ ਅਕੋਰਡਿੰਗਲੀ ਆ ਜਾਂਦਾ cf ਕੰਪਲੀਮੈਂਟਰੀ ਫੰਕਸ਼ਨ ਆ ਗਿਆ y ਦੀ ਵੈਲਿਊ। ਇਹਦੇ ਵਿੱਚ ਕੰਡੀਸ਼ਨ ਪੁੱਟ ਕਰਦੇ ਜਦੋਂ ਆਪਾਂ t ਨੂੰ 0 ਪੁੱਟ ਕਰਦੇ ਆ ਤਾਂ ਇੱਥੇ c1 0 ਆ ਜਾਣਾ ਆ। ਠੀਕ ਹੈ, c1 0 ਆ ਗਿਆ, ਖਤਮ ਹੋ ਗਈ ਟਰਮ, ਤੇ y ਇਜ਼ ਇਕੁਅਲ ਟੂ ਆ ਰਹਿ ਗਿਆ। ਇਹਦੇ ਵਿੱਚ ਦੂਜੀ ਕੰਡੀਸ਼ਨ ਪੁੱਟ ਕਰਦੇ ਆ, ਅਗਰ t π/4 ਹੈ ਇੱਥੇ π/4 × c2 y 0 ਹੈ। ਹੁਣ ਇਹਨਾਂ ਦੋਨਾਂ ਦੀ ਪ੍ਰੋਡਕਟ 0 ਮੀਨਸ ਦੋਨਾਂ ਵਿੱਚੋਂ ਇੱਕ 0 ਹੋਏਗਾ, ਜਾਂ ਤਾਂ c2 0 ਜਾਂ a 0। ਹੁਣ ਜੇ c2 0 ਹੋਏਗਾ, c1 ਪਹਿਲੇ 0, ਤਾਂ ਫਿਰ ਉਹੀ ਟ੍ਰਿਵੀਅਲ ਸੋਲੂਸ਼ਨ ਆ ਜਾਣਾ। ਫॉर नॉन ट्रिवियल ਸੋਲੂਸ਼ਨ ਕੀ ਹੋਣਾ ਚਾਹੀਦਾ, c2 0 ਨਹੀਂ ਹੋਣਾ ਚਾਹੀਦਾ। ਇਹਦਾ ਮਤਲਬ ਦੀ ਅਦਰ ਥਿੰਗ ਮਸਟ ਬੀ 0। ਆ ਚੀਜ਼ 0 ਹੋ ਸਕਦੀ ਹੈ, ਯੈਸ ਇਟ ਕੈਨ ਬੀ 0। ਸਾਈਨ 0 ਹੁੰਦਾ ਹੈ, ਕਿੰਨੇ ਐਂਗਲ ਤੇ ਹੁੰਦਾ 0, n ਪਾਈ ਦੇ ਉੱਤੇ, ਪਾਈ ਦੇ ਮਲਟੀਪਲ ਦੇ ਉੱਤੇ, ਯਾਨੀ ਕਿ ਆ ਐਂਗਲ ਜਿਹੜਾ ਹੈ ਅਗਰ n ਪਾਈ ਦੇ ਬਰਾਬਰ ਹੋਵੇ ਤੇ n 1 2 3 ਕੁਝ ਵੀ ਪੋਜ਼ਿਟਿਵ ਰੀਅਲ ਇੰਟੀਜਰ ਲੈ ਸਕਦੇ ਆ। ਹੁਣ ਇਹਦੇ ਵਿੱਚ ਦੇਖੋ ਪਾਈ ਨਾਲ ਪਾਈ ਕੈਂਸਲ ਹੋ ਗਿਆ ਤੇ ਸਾਡੇ ਕੋਲ m ਦੀ ਵੈਲਿਊ ਹੈਗੀ 4n ਯਾਨੀ ਕਿ n ਇਹ ਵਾਲੀ ਵੈਲਿਊਜ਼ ਹੈ। तो ਇਹਦਾ ਮਤਲਬ नॉन ट्रिवियल सोल्यूशन आएगा अगर लैमडा साडे कोल की होवे m² मतलब 4n ਦਾ ਸਕੁਅਰ ਯਾਨੀ ਕਿ 16n²। ਇਹ ਸਾਡੇ ਕੋਲ ਵੈਲਿਊ ਆ ਗਈ ਈਗਨ ਵੈਲਿਊ। n ਦੀ ਵੈਲਿਊ ਜਿੰਨੀਆਂ ਵੀ ਡਿਫਰੈਂਟ ਪੁੱਟ ਕਰੀ ਜਾਓਗੇ ਉਨੀਆਂ ਈਗਨ ਵੈਲਿਊਜ਼ ਆ ਜਾਣਗੀਆਂ। ਤੇ ਇਹ ਹੋ ਗਿਆ ਪਹਿਲਾ ਕੁਐਸਚਨ ਜਿਹੜਾ ਕਰਨਾ ਸੀ ਆਪਾਂ। ਈਗਨ ਵੈਲਿਊ ਕੀ ਆਏਗੀ, ਈਗਨ ਫੰਕਸ਼ਨ ਕੀ ਆਏਗਾ। ਹੁਣ ਫੰਕਸ਼ਨ ਕੀ ਹੈ, ਆ y ਦੀ ਵੈਲਿਊ ਆ ਤਾਂ ਖਤਮ ਹੋ ਗਿਆ ਸੀ। c2 ਦੀ ਜਗ੍ਹਾ ਤੇ cn ਕਰ ਦੇਣਾ ਕਿਉਂਕਿ n ਦੀ ਟਰਮ 'ਚ ਆਪਾਂ ਲਿਖ ਰਹੇ ਹਾਂ। ਇੱਥੇ cn ਕਰ ਦਿੱਤਾ ਤੇ sin mt ਸੀਗਾ, m ਦੀ ਵੈਲਿਊ ਸਾਡੇ ਕੋਲ ਆਈ ਆ 4n × t। ਠੀਕ ਹੈ, ਤੇ ਇਹ ਹੋ ਗਈ ਸਾਡੀ ਆਈਗਨ ਫੰਕਸ਼ਨ ਦੀ ਵੈਲਿਊ। ਇਹਦੇ ਵਿੱਚ t ਦਾ ਅਸੀਂ ਖੁਦ ਪੁੱਟ ਕੀਤਾ ਸੀ ਕੁਐਸਚਨ 'ਚ, ਕਿ ਕੁਐਸਚਨ ਦੇ ਵਿੱਚ ਆਪਾਂ x ਨੂੰ ਪੁੱਟ ਕੀਤਾ ਸੀ ਨਾ tan t, ਤਾਂ ਫਿਰ ਹੁਣ x ਦੀ ਫਾਰਮ 'ਚ ਆਨਸਰ ਲਿਖਣਾ ਤਾਂ t ਦੀ ਵੈਲਿਊ ਕੀ ਆਏਗੀ
t आएगा tan इनवर्स x, तो इत्थे t की जगह ते tan इनवर्स x लिख देना. दैट विल बी आवर कंप्लीट ईगन फंक्शन फॉर द गिवन बाउंड्री वैल्यू प्रॉब्लम. तो इस तरीके ਨਾਲ ਅਸੀਂ ਬਾਉਂਡਰੀ ਵੈल्यू प्रॉब्लम ਨੂੰ ਰਿਡਿਊਸ ਕਰ ਲੈਣਾ ਸਿੰਪਲ ਫਾਰਮ 'ਚ ਤੇ ਉਹਨੂੰ ਪਹਿਲਾਂ ਦੀ ਤਰ੍ਹਾਂ ਹੀ ਸੋਲਵ ਕਰ ਲੈਣਾ.